ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਇਕਾਗਰ ਕਰੋ। ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਮਨ ਜੋੜਨਾ ਕਰੀਏ। ਗੁਰਬਾਣੀ ਸੁਣ ਕੇ ਸਾਡੇ ਮਨ ਨੂੰ ਕੋਈ ਸਮਝ ਪੈ ਜਾਵੇ। ਸਾਡਾ ਮਨ ਦੁਨੀਆ ਦੇ ਵਿੱਚ ਆ ਕੇ ਵਾਹਿਗੁਰੂ ਜੀ ਨੂੰ ਭੁੱਲ ਗਿਆ ਹੈ। ਇੰਜ ਲੱਗਦਾ ਹੈ ਪਰ ਪਿਰ ਰਾਤੀ ਖਸਮ ਵਿਸਾਰਾ। ਜੋ ਗੁਰਬਾਣੀ ਵਿੱਚ ਹੁਕਮ ਹਨ, ਜੈਸੇ ਮੈਂ ਆਵੇ ਖਸਮ ਕੀ ਬਾਣੀ। ਸਾਰਿਆਂ ਨੂੰ ਹੁਕਮ ਹਨ, ਕੱਲੇ ਭਾਈ ਲਾਲੋ ਜੀ ਨੂੰ ਨਹੀਂ। ਤੈਸੜਾ ਕਰੀ ਗਿਆਨ ਵੇ ਲਾਲੋ। ਅਸਾਂ ਪੜ੍ਹ ਕੇ ਗਿਆਨ ਲੈਣਾ ਹੈ ਗੁਰਬਾਣੀ ਵਿੱਚੋਂ। ਭਾਵੇਂ ਸੈਦਪੁਰ ਵਿਖੇ ਸਤਿਗੁਰਾਂ ਨੇ ਭਾਈ ਲਾਲੋ ਜੀ ਨੂੰ ਆਖਿਆ ਹੈ, ਪਰ ਉਹ ਗੁਰਬਾਣੀ ਹੁਣ ਵੀ ਹਾਜ਼ਰ ਨਾਜ਼ਰ ਸਾਰਿਆਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੀ ਹੈ। ਮਨ ਨੂੰ ਜੋੜੋ ਗੁਰੂ ਦੇ ਚਰਨਾਂ ਵਿੱਚ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ, ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰਾਂ ਦੇ ਚਰਨਾਂ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਇਹ ਪਾਵਨ ਗੁਰਬਾਣੀ ਜੋੜਦੀ ਜਾਵੇਗੀ। ਅੱਜ ਜਾਪ ਸਾਹਿਬ ਜੀ ਦਾ ਚੌਥਾ ਹਿੱਸਾ, ਕੁਝ ਸ਼ਬਦ ਆਪਾਂ ਪੜ੍ਹਾਂਗੇ। ਜਾਪ ਸਾਹਿਬ ਜੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਕਰ ਰਹੇ ਹਨ। ਉਹ ਸਰਗੁਣ ਵੀ ਹਨ, ਅਕਾਲ ਪੁਰਖ ਜੀ ਨਿਰਗੁਣ ਵੀ ਹਨ। ਸਰਗੁਣ ਵਿੱਚ ਸਾਰਿਆਂ ਵਿੱਚ ਰਮੇ ਹੋਏ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ, ਧੰਨ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਰੂਪ ਵਿੱਚ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਰੂਪ ਵਿੱਚ, ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸਰੂਪ ਵਿੱਚ, ਛੇਵੇਂ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ, ਸਤਿਗੁਰੂ ਗੁਰੂ ਹਰਿਰਾਏ ਜੀ ਦੇ ਰੂਪ ਵਿੱਚ, ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁਖ ਜਾਏ, ਸਾਹਿਬ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਰੂਪ ਵਿੱਚ, ਨੌਵੇਂ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਰੂਪ ਵਿੱਚ, ਦਸਮ ਪਿਤਾ ਕਲਗੀਆਂ ਵਾਲੇ ਬਾਜਾਂ ਵਾਲੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਵਿੱਚ ਇਸ ਵੇਲੇ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਸਰਗੁਣ ਸਰੂਪ ਹੋ ਕੇ ਸਾਰੀ ਦੁਨੀਆ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜ ਰਹੇ ਹਨ। ਜਿਵੇਂ ਅੱਜ ਆਪਾਂ ਹੁਣ ਜਾਪ ਸਾਹਿਬ ਜੀ ਦਾ ਚੌਥਾ ਪਾਠ ਜਿਹੜਾ ਹੈ, ਹਿੱਸਾ ਜਿਹੜਾ ਹੈ, ਪੜ੍ਹਨ ਲੱਗੇ ਹਾਂ। ਕੁਝ ਕੁ ਸ਼ਲੋਕ ਪੜ੍ਹਾਂਗੇ। ਇਹ ਗੁਰਬਾਣੀ ਜੋੜਦੀ ਜਾਂਦੀ ਹੈ ਜਿੱਥੋਂ ਅਸੀਂ ਆਏ ਹਾਂ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚੋਂ। ਜਿਵੇਂ ਜਿਵੇਂ ਪੜ੍ਹਾਂਗੇ, ਸੁਣਾਂਗੇ, ਸਾਡੇ ਮਨ ਵਿੱਚ ਵੀ ਚਾਅ ਪੈਦਾ ਹੋਵੇਗਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਨ ਦਾ, ਕਿਉਂਕਿ ਉਸਤਤ ਮਨ ਵਿੱਚ ਕਰਨੀ ਹੈ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਕੱਲ ਆਪਾਂ ਪੜ੍ਹਿਆ ਸੀ, ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਤੋਤੇ ਨਮਸਤੰ ਅਭੂਤੇ।
ਅੱਗੋਂ ਸਤਿਗੁਰੂ ਜੀ ਫਰਮਾਉਂਦੇ ਹਨ, ਨਮਸਕਾਰ ਕਰ ਰਹੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਨੂੰ। ਜਿਵੇਂ ਉਹਨਾਂ ਨੇ ਕੀਤੀ ਹੈ, ਸਾਨੂੰ ਵੀ ਹੁਕਮ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਨਮਸਕਾਰ ਤਾਕੋ ਲੱਖ ਬਾਰ। ਜਿੰਨੀ ਵਾਰੀ ਵੀ ਨਮਸਕਾਰ ਕਰੀਏ ਅਕਾਲ ਪੁਰਖ ਜੀ ਨੂੰ, ਓਨੀ ਹੀ ਥੋੜ੍ਹੀ ਹੈ ਆਪਣੇ ਸਤਿਗੁਰਾਂ ਦੇ ਨਾਲ ਜੁੜ ਕੇ। ਨਮਸਤੰ ਆਲੋਕੇ ਨਮਸਤੰ ਅਸੋਕੇ। ਆਲੋਕੇ ਜਿਹੜੇ ਦਿਖਦੇ ਨਹੀਂ, ਲੋਕ ਦਿਸਦੇ ਹਨ, ਕੰਟਰੀਆਂ ਦੇ ਵੱਖ-ਵੱਖ ਦੇਸ਼ਾਂ ਦੇ ਸ਼ਕਲਾਂ ਸੂਰਤਾਂ, ਰੰਗ ਰੂਪ ਭੇਖ, ਇਹ ਲੋਕ ਹੈ। ਉਹ ਆਲੋਕ ਹਨ, ਉਹ ਨਜ਼ਰ ਨਹੀਂ ਆਉਂਦੇ। ਸਾਹਿਬ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਹਨ, ਨਮਸਤੰ ਆਲੋਕੇ ਨਮਸਤੰ ਅਸੋਕੇ। ਉਹਨਾਂ ਨੂੰ ਨਮਸਕਾਰ ਹੈ ਜੋ ਦਿਖਦੇ ਨਹੀਂ, ਨਿਰਗੁਣ ਹਨ। ਸਰਗੁਣ ਵਿੱਚ ਉਹ ਸਾਰਿਆਂ ਵਿੱਚ ਹੀ ਹਨ। ਸਰਗੁਣ, ਨਿਰਗੁਣ, ਨਿਰੰਕਾਰ। ਨਿਰੰਕਾਰ ਦਾ ਭਾਵ ਹੈ ਨਿਰਾਕਾਰ, ਵਿਦਾਊਟ ਫਾਰਮ। ਸਾਹਿਬ ਕਲਗੀਧਰ ਦਸ਼ਮੇਸ਼ ਪਿਤਾ ਜੀ ਹੁਕਮ ਕਰਦੇ ਹਨ, ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਇਹ ਲੋਕ ਤਾਂ ਸਾਨੂੰ ਦਿਸ ਰਿਹਾ ਹੈ, ਦੁਨੀਆ ਦਿਸ ਰਹੀ ਹੈ, ਪਰ ਵਾਹਿਗੁਰੂ ਜੀ ਆਪ ਜੀ ਇਹਨਾਂ ਨੇਤਰਾਂ ਤੋਂ ਅਦ੍ਰਿਸ਼ਟ ਹੋ। ਗੁਰਬਾਣੀ ਦੇ ਹੁਕਮ ਹਨ, ਅਦ੍ਰਿਸ਼ਟ ਦਿਸੈ ਤਾਂ ਕਹਿਆ ਜਾਏ। ਜੇ ਦਿਸੇ ਤਾਂ ਕਹੀਏ ਨਾ, ਕਿਵੇਂ ਕਹੀਏ ਅਸੀਂ? ਹਾਂ, ਸਰਗੁਣ ਸਰੂਪ ਵਿੱਚ, ਫੁੱਲਾਂ ਵਿੱਚ, ਬਗੀਚਿਆਂ ਵਿੱਚ, ਹਰਿਆਵਲ ਵਿੱਚ, ਚਾਰ ਖਾਣੀਆਂ ਵਿੱਚ ਉਹ ਨਜ਼ਰ ਆਉਂਦੇ ਹਨ, ਉਹਨਾਂ ਦਾ ਅਕਸ ਨਜ਼ਰ ਆਉਂਦਾ ਹੈ। ਆਪ ਵੱਖ ਹਨ। ਬੈਠਾ ਵੇਖੈ ਵੱਖ ਅਕੇਲਾ ਆਪਣੀ ਰਚਨਾ ਨੂੰ ਤੱਕ ਰਹੇ ਹਨ ਅਕਾਲ ਪੁਰਖ ਵਾਹਿਗੁਰੂ ਜੀ। ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਸੋਕੇ। ਦੁਨੀਆ ਵਿੱਚ ਸੋਗ ਆ ਜਾਂਦੇ ਹਨ, ਕਹਿ ਵੀ ਦਈਦਾ ਹੈ ਫਲਾਣਾ ਚੱਲ ਵਸਿਆ ਹੈ, ਅਸੀਂ ਸੋਗ ਤੇ ਜਾ ਰਹੇ ਹਾਂ। ਵਾਹਿਗੁਰੂ, ਉਦਾਸ ਨਾ ਹੋ ਜਾਇਆ ਕਰੋ ਗੁਰਬਾਣੀ ਸੁਣ ਕੇ। ਬਹੁਤ ਦੁਨੀਆ ਇਸ ਤਰ੍ਹਾਂ ਦੇ ਸ਼ਬਦ ਸੁਣ ਕੇ ਸੈਡ ਹੋ ਜਾਂਦੀ ਹੈ, ਉਦਾਸ ਹੋ ਜਾਂਦੀ ਹੈ, ਪਰ ਗਿਆਨ ਤਾਂ ਹੀ ਮਿਲੇਗਾ ਜੇ ਗੁਰਬਾਣੀ ਦੇ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਨ ਵਿੱਚ ਵਸਾਵਾਂਗੇ। ਜੇ ਗੁਰੂ ਦੇ ਚਰਨਾਂ ਨਾਲ ਲੱਗੇ ਰਵਾਂਗੇ, ਸੋਗ ਅਗਨ ਤਿਸ ਜਨ ਨਾ ਵਿਆਪੇ, ਫਿਰ ਸੋਗ ਕੋਈ ਨਹੀਂ ਵਿਆਪਦਾ। ਫਿਰ ਹੁਕਮ ਦੇ ਵਿੱਚ ਹੀ ਕੋਈ ਆਵੇ ਕੋਈ ਜਾਵੇ। ਭਾਣੇ ਵਿੱਚ ਮਨ ਆ ਜਾਂਦਾ ਹੈ, ਸੋਗ ਨਹੀਂ ਵਿਆਪਦਾ। ਸਤਿਗੁਰੂ ਜੀ ਫਰਮਾਉਂਦੇ ਹਨ, ਅਕਾਲ ਪੁਰਖ ਵਾਹਿਗੁਰੂ ਜੀਓ, ਦੁਨੀਆ ਦੇ ਰਚਨਹਾਰ ਦਾਤਾਰ ਪਾਤਸ਼ਾਹ ਜੀਓ, ਸਿਰਜਣਹਾਰ ਜੀਓ, ਆਪ ਜੀ ਨੂੰ ਨਮਸਕਾਰ ਹੈ। ਆਪ ਇਹਨਾਂ ਸੋਗਾਂ ਆਦਿ ਤੋਂ ਰਹਿਤ ਹੋ। ਨਮਸਤੰ ਆਲੋਕੇ ਨਮਸਤੰ ਅਸੋਕੇ। ਸੋਗ ਰਹਿਤ ਹੋ। ਨਮਸਤੰ ਨਿਰਤਾਪੇ ਨਮਸਤੰ ਅਥਾਪੇ। ਦੁਨੀਆ ਨੂੰ ਤਿੰਨੇ ਤਾਪ ਚੰਬੜੇ ਹੋਏ ਹਨ। ਤੁਸੀਂ ਤਿੰਨਾਂ ਤਾਪਾਂ ਨੂੰ ਨਿਵਾਰਨ ਵਾਲੇ ਹੋ। ਤਿੰਨੇ ਤਾਪ ਨਿਵਾਰਨ ਹਾਰਾ।
दुख हंता सुख रास, ताको बिघन ना को लागे जांकी प्रभ आगे अरदास। वाहिगुरु जी आप जी नूं नमस्कार है। आप ਜਿਹੜਾ ਤੁਹਾਡੇ ਨਾਲ ਜੁੜ ਜਾਂਦਾ ਹੈ ਉਹਦੇ ਤਾਪ ਦੂਰ ਕਰ ਦਿੰਦੇ ਹੋ। ਆਪ ਜੀ ਦਾ ਸਿਮਰਨ ਕਰਨ ਨਾਲ ਤਾਪ ਬੁਖਾਰ ਵਗੈਰਾ ਮਨ ਨੂੰ ਵੀ ਚੜ ਜਾਂਦਾ ਕਈ ਵਾਰੀ, ਦੇਹ ਨੂੰ ਚੜਦਾ ਮਨ ਨੂੰ ਵੀ ਚੜ ਜਾਂਦਾ ਕਈ ਵਾਰੀ, ਕਿਉਂਕਿ ਪਾਪ ਕਰਦਾ ਹੈ। ਉਹ ਪਾਪ ਵੀ ਦੂਰ ਹੋ ਜਾਂਦੇ ਹਨ ਗੁਰੂ ਦੇ ਲੜ ਲੱਗਿਆਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੜ ਲੱਗਿਆਂ, ਉਹਨਾਂ ਦੇ ਦਰ ਤੇ ਗਿਆਂ। ਇਹ ਰਸਨਾ ਜਦੋਂ ਆਖਦੀ ਹੈ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਸਾਰੇ ਤਾਪ ਦੂਰ ਹੋ ਜਾਂਦੇ ਹਨ। ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਬਿਖ ਸਭ ਨਾਸੇ, ਸਾਰੇ ਕਿਲ ਬਿਖ ਦੂਰ ਹੋ ਜਾਂਦੇ ਹਨ। ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਆਪ ਇਹਨਾਂ ਤਾਪਾਂ ਤੋਂ ਰਹਿਤ ਹੋ। ਦੁਨੀਆ ਇਹਨਾਂ ਦੁੱਖਾਂ ਵਿੱਚ ਹੈ, ਤਾਪਾਂ ਵਿੱਚ ਹੈ, ਆਪ ਨਿਰਤਾਪੇ ਹੋ। ਨਾ ਮਸਤੰ ਆਥਾਪੇ, ਦੁਨੀਆ ਦੀ ਥਾਪਣਾ ਤੁਸਾਂ ਕੀਤੀ ਹੋਈ ਹੈ। ਘਰ ਦਿੱਤੇ ਹੋਏ ਹਨ, ਮਹਿਲ ਦਿੱਤੇ ਹੋਏ ਹਨ, ਜ਼ਮੀਨਾਂ ਜਾਇਦਾਦਾਂ ਦਿੱਤੀਆਂ ਹੋਈਆਂ ਹਨ, ਨਾਮ ਦਿੱਤੇ ਹੋਏ ਹਨ, ਥਾਪਿਆ ਹੋਇਆ ਹੈ। ਪਰ ਵਾਹਿਗੁਰੂ ਜੀ ਤੁਹਾਨੂੰ ਕਿੱਥੇ ਥਾਪੀਏ? ਤੁਸੀਂ ਤੇ ਸਾਰਿਆਂ ਦੇ ਮਾਲਕ ਹੋ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੁਸੀਂ ਤੇ ਆਪ ਹੀ ਹੋ ਆਪਣੇ ਆਪ ਤੋਂ। ਆਪ ਜੀ ਨੂੰ ਨਮਸਕਾਰ ਹੈ। ਨਾਮਸਤੰ ਨਿਰਤਾਪੇ, ਨਾਮਸਤੰ ਆਥਾਪੇ, ਤੁਸੀਂ ਥਾਪਿਆ ਹੋਇਆ ਹੈ ਸਭ ਨੂੰ। ਆਪ ਥਾਪਣ ਤੋਂ ਰਹਿਤ ਹੋ, ਸਾਰਿਆਂ ਨੂੰ ਥਾਪਣ ਵਾਲੇ ਹੋ, ਟਿਕਾਉਣ ਵਾਲੇ ਹੋ, ਸਜਾਉਣ ਵਾਲੇ ਹੋ। ਨਮਸਤੰ ਤਿਰਮਾਨੇ, ਨਮਸਤੰ ਨਿਧਾਨੇ, ਤਿਰਮਾਨੇ ਜਿਹੜੇ ਕਾਲ ਹਨ ਤਿੰਨ, ਪਾਸਟ ਹੈ, ਪ੍ਰੈਜ਼ੈਂਟ ਹੈ, ਫਿਊਚਰ ਹੈ, ਭੂਤਕਾਲ ਹੈ, ਵਰਤਮਾਨ ਕਾਲ ਹੈ, ਸਮਾਂ ਹੈ, ਆਉਣ ਵਾਲਾ ਸਮਾਂ ਹੈ। ਤਿੰਨਾਂ ਕਾਲਾਂ ਵਿੱਚ ਲੋਕ ਭਾਵੇਂ ਭੂਤ ਵਿੱਚ ਹਨ, ਭਾਵੇਂ ਵਰਤਮਾਨ ਵਿੱਚ ਹਨ, ਭਾਵੇਂ ਆਉਣ ਵਾਲੇ ਜਿਹੜੇ ਜੀ ਹਨ, ਉਹ ਸਾਰੇ ਤੁਹਾਨੂੰ ਹੀ ਜਪਦੇ ਹਨ। ਪਰ ਆਪ ਤੁਸੀਂ ਇਹਨਾਂ ਤੋਂ ਰਹਿਤ ਹੋ। ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਤਿਰਮਾਨੇ, ਨਮਸਤੰ ਨਿਧਾਨੇ, 9 ਨਿਧੀਆਂ 18 ਸਿੱਧੀਆਂ, ਜਿੰਨੇ ਵੀ ਖਜ਼ਾਨੇ ਹਨ ਦੁਨੀਆ ਤੇ, ਹਰ ਇੱਕ ਚੀਜ਼ ਦਾ ਖਜ਼ਾਨਾ ਹੈ। ਮਾਇਆ ਦਾ, ਸੋਨੇ ਦਾ, ਹੀਰਿਆਂ ਦਾ, ਮੋਤੀਆਂ ਦਾ, ਗੁਣਾਂ ਦਾ, ਪਤਾ ਨਹੀਂ ਕਿਤਨੇ ਕੁ ਖਜ਼ਾਨੇ ਹਨ ਭਰੇ ਪਏ ਵਾਹਿਗੁਰੂ ਜੀ ਦੇ ਦਰਬਾਰ ਦੇ ਵਿੱਚ। ਉਹਨਾਂ ਸਾਰਿਆਂ ਖਜ਼ਾਨਿਆਂ ਦੇ ਤੁਸੀਂ ਮਾਲਕ ਹੋ। ਪਰ ਆਪ ਇਹਨਾਂ ਤੋਂ ਰਹਿਤ ਹੋ। ਇਹ ਸਾਰਾ ਕੁਝ ਤੁਸਾਂ ਦੁਨੀਆ ਨੂੰ ਦੇ ਛੱਡਿਆ ਹੈ। ਨਮਸਤੰ ਨਿਧਾਨੇ, ਤਿੰਨਾਂ ਕਾਲਾਂ ਵਿੱਚ ਮੰਨੇ ਜਾਣ ਵਾਲੇ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਇਹ ਰਿੱਧੀਆਂ ਸਿੱਧੀਆਂ ਨਿਧੀਆਂ, ਇਹ ਖਜ਼ਾਨੇ ਜਿਹੜੇ ਹਨ, ਇਹਨਾਂ ਦੇ ਮਾਲਕ ਤੁਸੀਂ ਹੋ। ਪਰ ਆਪ ਇਸ ਤੋਂ ਨਿਰਲੇਪ ਹੋ। ਵਾਹਿਗੁਰੂ ਜੀ ਅਕਾਲ ਪੁਰਖ ਜੀ, ਦੁਨੀਆ ਦੇ ਸਿਰਜਣਹਾਰ ਸਤਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਆਗਾਹੇ, ਨਮਸਤੰ ਆਬਾਹੇ,
ਅਥਾਹ ਹੋ। ਤੁਹਾਡਾ ਥਾਹ ਨਹੀਂ ਪਾਇਆ ਜਾ ਸਕਦਾ, ਕੋਈ ਅੰਤ ਨਹੀਂ ਲੈ ਸਕਦਾ। ਤੁਸੀਂ ਕਿਤਨੇ ਕੁ ਵੱਡੇ ਹੋ, ਅਬਨਾਸੀ ਹੋ। ਅਬਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਆਪ ਜੀ ਨੂੰ ਨਮਸਕਾਰ ਹੈ। ਨਾਮਸਤੰ ਆਗਾਹੇ, ਅਗਮ ਆਗਾਧ ਹੋ। ਕੋਈ ਤੁਹਾਡਾ ਥਾਹ ਨਹੀਂ ਪਾ ਸਕਦਾ। ਨਾਮਸਤੰ ਆਬਾਹੇ, ਆਪ ਜੀ ਨੂੰ ਨਮਸਕਾਰ ਹੈ। ਅਬਨਾਸੀ ਅਕਾਲ ਪੁਰਖ ਵਾਹਿਗੁਰੂ ਜੀ, ਉਹ ਦੁਨੀਆ ਦਾ ਤੇ ਵਿਨਾਸ਼ ਹੋ ਜਾਂਦਾ ਹੈ, ਤੁਸੀਂ ਅਬਨਾਸੀ ਹੋ, ਅਕਾਲ ਮੂਰਤ ਹੋ। ਨਾਮਸਤੰ ਤਿਰ ਵਰਗੇ, ਨਾਮਸਤੰ ਆਸਰਗੇ। ਰਜੋ ਗੁਣ, ਤਮੋ ਗੁਣ, ਸਤੋ ਗੁਣ। ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ, ਤਿਨਹੀ ਪਰਮ ਪਦ ਪਾਇਆ। ਸਤਿਗੁਰੂ ਜੀ, ਦੁਨੀਆ ਨੂੰ ਤੁਸੀਂ ਰਜੋ ਤਮੋ ਗੁਣੋਂ ਵਿੱਚ ਪਾ ਛੱਡਿਆ ਹੈ। ਏਡਾ ਵੱਡਾ ਪਸਾਰਾ ਰਜੋ ਵਿੱਚ ਹੈ, ਤਮੋ ਵਿੱਚ ਹੈ। ਸਤੋ ਵਿੱਚ ਹੈ। ਪਰ ਆਪ ਇਹਨਾਂ ਤਿੰਨਾਂ ਗੁਣਾਂ ਦਾ ਵਰਤਾਰਾ ਵਰਤਾਉਣ ਵਾਲੇ ਹੋ, ਫਿਰ ਨਿਰਲੇਪ ਹੋ, ਫਿਰ ਵੱਖਰੇ ਹੋ। ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਤਿਰ ਵਰਗੇ। ਨਮਸਤੰ ਤਿਰ ਵਰਗੇ, ਨਮਸਤੰ ਆਵਰਗੇ। ਵਾਹਿਗੁਰੂ ਸਤਿਗੁਰੂ ਜੀ ਖਿਮਾ ਕਰ ਦੇਣਾ। ਕਲਗੀਆਂ ਵਾਲੇ ਸਤਿਗੁਰੂ, ਬਾਜਾਂ ਵਾਲੇ ਦਾਤਾਰ ਪਾਤਸ਼ਾਹ ਜੀ, ਮੈਨੂੰ ਖਿਮਾ ਕਰ ਦੇਣਾ। ਨਮਸਤੰ ਤਿਰ ਵਰਗੇ, ਨਮਸਤੰ ਆਸਰਗੇ। ਆ ਜਿੰਨੀ ਉਤਪਤੀ ਹੈ, ਸੰਸਾਰ ਉਤਪਤ ਹੋਇਆ ਹੋਇਆ ਹੈ, ਪੈਦਾ ਹੋਇਆ ਹੋਇਆ ਹੈ। ਮਾਵਾਂ ਦੀਆਂ ਕੁੱਖਾਂ ਤੋਂ ਜਨਮ ਲਏ ਹੋਏ ਹਨ, ਆਂਡਿਆਂ ਤੋਂ ਜੀਵ ਜਨਮੇ ਹੋਏ ਹਨ, ਜੇਰ ਤੋਂ ਜੀਵ ਜਨਮੇ ਹੋਏ ਹਨ, ਪਸੀਨੇ ਤੋਂ ਜੀਵ, ਮੈਲ ਤੋਂ ਜੀਵ ਜਨਮੇ ਹੋਏ ਹਨ। ਉਤ ਪੁੱਜ ਤੋਂ, ਦਰਖਤਾਂ ਤੋਂ, ਜੰਗਲਾਂ ਤੋਂ ਇਹ ਫਲ ਬੂਟੇ ਜਨਮੇ ਹੋਏ ਹਨ। ਪਰ ਆਪ ਇਸ ਉਤਪਤੀ ਨੂੰ ਕਰਨ ਵਾਲੇ ਹੋ, ਪਰ ਆਪ ਉਤਪਤੀ ਤੋਂ ਰਹਿਤ ਹੋ, ਆਪ ਵੱਖਰੇ ਹੋ। ਸਰਗੁਣ ਕਰਕੇ ਤੁਸੀਂ ਸਾਰਿਆਂ ਵਿੱਚ ਹੋ, ਨਿਰਗੁਣ ਕਰਕੇ ਤੁਸੀਂ ਵੱਖਰੇ ਹੋ। ਕਦੀ ਕਦੀ ਮਨ ਬਿਲਕੁਲ ਪਵਿੱਤਰ ਹੋ ਜਾਵੇ ਤੇ ਨਿਰਗੁਣ ਨਾਲ ਵੀ ਜੁੜ ਜਾਂਦਾ ਹੈ। ਫਿਰ ਨਿਰਗੁਣ ਅਕਾਲ ਪੁਰਖ ਵਾਹਿਗੁਰੂ ਜੀ ਸਿੱਧੀ ਅਰਦਾਸ ਵੀ ਸੁਣ ਲੈਂਦੇ ਹਨ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਤਾ। ਸਰਗੁਣ ਸਰੂਪ ਵਿੱਚ ਗੁਰਦੁਆਰਾ ਸਾਹਿਬ ਆ ਕੇ ਸਤਿਗੁਰਾਂ ਦੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰੀ ਦੀ ਹੈ। ਸਤਿਗੁਰੂ ਫਿਰ ਆਖਦੇ ਹਨ, ਬੋਲ ਭਾਈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਕਾਰਜ ਸਿੱਧੇ ਹੋਣ ਲੱਗ ਪੈਂਦੇ ਹਨ, ਜਦੋਂ ਸਭ ਦਾ ਹੀ ਭਲਾ ਮੰਗਣ ਲੱਗ ਪੈਂਦਾ ਹੈ। ਫਿਰ ਕਹਿਣ ਵੀ ਲੱਗ ਪੈਂਦਾ ਹੈ, ਬੁਰਾ ਭਲਾ ਕਹੋ ਕਿਸਨੂੰ ਕਹੀਏ, ਸਗਲੇ ਜੀ ਤੁਮਾਰੇ। ਵਾਹਿਗੁਰੂ ਜੀ, ਤੁਸੀਂ ਉਤਪਤੀ ਤੋਂ ਰਹਿਤ ਹੋ, ਵੱਖਰੇ ਹੋ। ਆ ਜਿੰਨੀ ਵੀ ਉਤਪਤ ਹੈ ਪੈਦਾ ਕੀਤੀ ਹੋਈ, ਜੋ ਕੁਝ ਵੀ ਨਜ਼ਰ ਆ ਰਿਹਾ ਹੈ ਚਾਰ ਖਾਣੀਆਂ ਦੇ ਵਿੱਚ, ਆਪ ਜੀ ਨੂੰ ਨਮਸਕਾਰ ਹੈ। ਅਸਰਗੇ ਨਮਸਤੰ ਪਰਭੋਗੇ, ਨਮਸਤੰ ਸੋਜੋਗੇ। ਦੁਨੀਆ ਭੋਗਾਂ ਨੂੰ ਭੋਗ ਰਹੀ ਹੈ, ਛਕ ਛਕਾ ਰਹੀ ਹੈ, ਹਰ ਸੁੱਖ ਭੋਗ ਰਹੀ ਹੈ। ਪਰ ਵਾਹਿਗੁਰੂ ਜੀ ਆਪ ਜੀ ਨੂੰ ਭੋਗ ਤਾਂ ਲੋਕ ਲਵਾਉਂਦੇ ਹਨ, ਪਰ ਵਾਹਿਗੁਰੂ ਜੀ ਆਪ ਇਸ ਤੋਂ ਨਿਰਲੇਪ ਹੋ। ਦੁਨੀਆ ਇਹਨਾਂ ਭੋਗਾਂ ਨੂੰ, ਸੁੱਖਾਂ ਨੂੰ ਭੋਗਦੀ ਹੈ, ਭੋਗ ਭੋਗ ਕੇ ਚਲੀ ਜਾਂਦੀ ਹੈ। ਪਰ ਇਹ ਸਾਰੇ ਸੁੱਖ, ਇਹ ਜਿੰਨੇ ਵੀ ਸੁੱਖਾਂ ਦੇ ਭੋਗ ਹਨ, ਸੁੱਖ ਹਨ,
ਇਹ ਤੁਸਾਂ ਦੁਨੀਆ ਦੇ ਜੀਵਾਂ ਨੂੰ, ਜਿਹੜੀ ਦੁਨੀਆ ਤੁਸਾਂ ਉਤਪਤ ਕੀਤੀ ਹੈ, ਸਿਰਜੀ ਹੈ, ਉਹਨਾਂ ਵਾਸਤੇ ਤਿਆਰ ਕੀਤੇ ਹਨ, ਉਹ ਸਾਰੀ ਦੁਨੀਆ ਇਹਨਾਂ ਭੋਗਾਂ ਨੂੰ ਭੋਗਦੀ ਹੈ। ਪਰ ਆਪ ਨਿਰਲੇਪ ਹੋ। ਆਪ ਜੀ ਨੂੰ ਨਮਸਕਾਰ ਹੈ, ਨਮਸਤੰ ਹੈ। ਨਮਸਤੰ ਸੋ ਜੋਗੇ ਦੁਨੀਆ ਤੇ ਵੀ ਜੋਗੀ ਹਨ, ਪਰ ਸਰਗੁਣ ਸਰੂਪ ਵਿੱਚ ਜੋਗੀ ਅੰਦਰ ਜੋਗੀ ਆ। ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀਓ। ਇੱਕ ਪਾਸੇ ਸੱਚੇ ਅਕਾਲ ਪੁਰਖ ਜੀ ਤੁਸੀਂ ਭਾਵੇਂ ਨਿਰਗੁਣ ਵਿੱਚ ਹੋ, ਪਰ ਐਸੇ ਜੋਗੀ ਪੁਰਖ ਹੋ, ਆ ਜਿਹੜੀ ਰੂਹ ਹੈ, ਆਤਮਾ ਹੈ, ਵਿੱਚ ਸੁੰਦਰ ਨਾਰੀ ਹੈ, ਇਸ ਦੇਹ ਦੇ ਵਿੱਚ, ਕਾਇਆ ਦੇ ਵਿੱਚ ਜੇ ਕਿਤੇ ਸਮਝ ਲੱਗ ਜਾਵੇ ਗੁਰਬਾਣੀ ਸੁਣ ਸੁਣ ਕੇ, ਗੁਰਬਾਣੀ ਫਿਰ ਫਰਮਾਨ ਕਰਦੀ ਹੈ, ਧਿਆਨ ਜੋੜੋ ਅਕਾਲ ਪੁਰਖ ਜੀ ਵੱਲ, ਸੱਚੇ ਜੋਗੀ ਵਾਹਿਗੁਰੂ ਜੀ ਵੱਲ। ਉਹ ਜੋਗੀ ਪੁਰਖ ਵਾਹਿਗੁਰੂ, ਉਹ ਜੋਗੀ ਪੁਰਖ ਵਾਹਿਗੁਰੂ, ਉਹ ਜੋਗੀ ਪੁਰਖ, ਉਹ ਸੁੰਦਰ ਨਾਰੀ, ਉਸ ਜੋਗੀ ਨਾਲ ਆਪਣਾ ਮਨ ਜੋੜ ਲੈ, ਜੋ ਸਾਰਿਆਂ ਜੋਗਾ ਹੈ, ਜੋ ਸਾਰਿਆਂ ਦੀ ਪ੍ਰਤਪਾਲਣਾ ਕਰ ਰਿਹਾ ਹੈ, ਅਕਾਲ ਪੁਰਖ ਵਾਹਿਗੁਰੂ ਜੀ, ਜਿਹਦੀ ਕਿਰਪਾ ਨਾਲ ਆ ਜਿਹੜੀ ਕਾਇਆ ਹੈ, ਆ ਜਿਹੜੀ ਬੋਡੀ ਹੈ, ਆ ਜਿਹੜੀ ਦੇਹ ਹੈ, ਆ ਜਿਹੜਾ ਸਰੀਰ ਹੈ, ਚੋਜ ਬਿਨੋਦੀ ਅਕਾਲ ਪੁਰਖ ਵੱਲੋਂ ਮਿਲੇ ਹੋਏ ਸਾਰੇ ਭੋਗ ਇਹ ਮਨ ਵਿੱਚ ਬਹਿ ਕੇ ਭੋਗਦਾ ਹੈ। ਅਹਨਸ ਰਾਤ ਦਿਨ ਭੋਗੈ ਚੋਜ ਬਿਨੋਦੀ, ਪਰ ਜਦ ਹੁਕਮ ਆ ਜਾਂਦਾ ਹੈ, ਉਦਾਸ ਨਾ ਹੋ ਜਾਇਆ ਕਰੋ। ਉੱਠ ਚੱਲ ਤੈ ਮਤਾ ਨ ਕੀਨਾ ਹੈ, ਕੋਈ ਸਲਾਹ, ਕੋਈ ਮਸ਼ਵਰਾ, ਕੋਈ ਮਤਾ ਵੀ ਨਹੀਂ ਕਰਦਾ। ਵਿੱਚੋਂ ਆ ਮਨ ਜੋਗੀ ਵੀ ਸੱਚੇ ਜੋਗੀ ਕੋਲ, ਵਾਹਿਗੁਰੂ ਜੀ ਕੋਲ ਚਲਾ ਜਾਂਦਾ ਹੈ। ਉੱਠ ਚੱਲ ਤੈ ਮਤਾ ਨਾ ਕੀਨਾ ਹੈ, ਉਦੋਂ ਫਿਰ ਇਸ ਦੇਹ ਨੂੰ ਕੋਈ ਨਹੀਂ ਪੁੱਛਦਾ। ਗੁਰੂ ਨਾਨਕ ਸਾਹਿਬ ਨੇ ਜੀ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ, ਕਾਇਆ ਰੁਲਦੀ ਮੈਂ, ਇਹ ਜਿਹੜੀ ਕਾਇਆ ਹੈ ਰੁਲਦੀ ਵੀ ਵੇਖੀ ਜਾਂਦੀ ਹੈ। ਤੂੰ ਕਾਇਆ ਮੈਂ ਰੁਲਦੀ ਦੇਖੀ, ਪੜਿਆ ਕਰੋ ਗੁਰਬਾਣੀ ਵਿੱਚੋਂ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ। ਉੱਠ ਚੱਲ ਤੈ ਮਤਾ ਨਾ ਕੀਨਾ ਹੈ, ਮਤਾ ਸਲਾਹ, ਹਰ ਜਗ੍ਹਾ ਜਾਓ ਸਲਾਹ ਬਣਾਈ ਦੀ ਹੈ। ਅੱਜ ਅਸੀਂ ਬੰਬੇ ਜਾਣਾ, ਅੱਜ ਅਸੀਂ ਨਿਊਯਾਰਕ ਜਾਣਾ, ਅਸੀਂ ਅਗਲੇ ਹਫਤੇ ਕੈਨੇਡਾ ਚਲੇ ਜਾਣਾ ਹੈ, ਯੂਕੇ ਚਲੇ ਜਾਣਾ ਹੈ, ਮਤਾ ਬਣਦਾ ਹੈ। ਪਰ ਵਾਹਿਗੁਰੂ ਦੇ ਦਰ ਤੇ, ਉਸ ਸੱਚੇ ਜੋਗੀ ਕੋਲ, ਮਾਲਕ ਦੇ ਦਰ ਤੇ ਜਾਣ ਲਈ ਕੋਈ ਮਤਾ ਨਹੀਂ ਕਰਨਾ ਪੈਂਦਾ। ਜਦੋਂ ਹੁਕਮ ਆ ਜਾਂਦਾ ਜਾਣਾ ਪੈਂਦਾ ਹੈ। ਉਹ ਜੋਗੀ ਪੁਰਖ, ਉਹ ਸੁੰਦਰ ਨਾਰੀ, ਅਹਨਸ ਭੋਗੈ ਚੋਜ ਬਿਨੋਦੀ। ਉੱਠ ਚੱਲਤੈ ਮਤਾ ਨਾ ਕੀਨਾ ਹੈ, ਸਲਾਹ ਨਹੀਂ ਕੀਤੀ ਜਾਂਦੀ। ਇਸ ਕਰਕੇ ਨਾਮ ਜਪੀਏ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਆਪ ਜੀ ਨੂੰ ਨਮਸਕਾਰ ਹੈ। ਯੋਗੀਆਂ ਦੇ ਸ੍ਰੇਸ਼ਟ ਜੋਗੀ ਅਕਾਲ ਪੁਰਖ ਵਾਹਿਗੁਰੂ ਜੀ, ਜੋਗੀ ਅੰਦਰ ਜੋਗੀਆ ਤੋ ਭੋਗੀ ਅੰਦਰ ਭੋਗੀਆ। ਸਤਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਸੋ ਜੋਗੇ
ਨਾਮਸਤੰ ਆਰੰਗੇ ਨਾਮਸਤੰ ਆਭੰਗੇ। ਦੁਨੀਆ ਰੰਗਾਂ ਵਿੱਚ ਰੰਗੀ ਪਈ ਹੈ, ਆਪ ਰੰਗ ਰਹਿਤ ਹੋ, ਆਪ ਜੀ ਨੂੰ ਨਮਸਕਾਰ ਹੈ। ਨਾਮਸਤੰ ਆਭੰਗੇ। ਦੁਨੀਆ ਟੁੱਟ ਭੱਜ ਰਹੀ ਹੈ, ਸਰੀਰ ਵੀ ਟੁੱਟ ਭੱਜ ਰਹੇ ਹਨ, ਪਰ ਆਪ ਇਸ ਟੁੱਟ ਭੱਜ ਤੋਂ ਰਹਿਤ ਹੋ, ਅਪੰਗੇ। ਨਾਮਸਤੰ ਆਗੰਮੇ ਨਾਮਸਤਸਤਰਮੇ। ਅਗੰਮ ਹੋ, ਅਗੋਚਰ ਹੋ, ਪਹੁੰਚ ਤੋਂ ਪਰੇ ਹੋ ਵਾਹਿਗੁਰੂ ਜੀ, ਕੋਈ ਨਹੀਂ ਤੁਹਾਡੇ ਤੱਕ ਪਹੁੰਚ ਸਕਦਾ, ਆਪ ਜੀ ਨੂੰ ਨਮਸਕਾਰ ਹੈ। ਨਾਮਸਤਸਤਰਮੇ। ਸਾਰਿਆਂ ਦੇ ਵਿੱਚ ਰਮੇ ਹੋਏ ਹੋ, ਸਾਰਿਆਂ ਦੇ ਵਿੱਚ ਤੁਹਾਡੀ ਪਰਛਾਈ ਜਿਹੜੀ ਹੈ, ਪਰਛਾਵਾਂ ਜਿਹੜਾ ਹੈ ਉਹ ਝਲਕ ਰਿਹਾ ਹੈ, ਤਾਂ ਲੋਕਾਂ ਦੇ ਦਿਲ ਧੜਕ ਰਹੇ ਹਨ। ਨਾਮਸਤੰ ਜਲਾਸਰੇ ਨਾਮਸਤੰ ਨਿਰਾਸਰੇ। ਐਡੇ ਐਡੇ ਸਮੁੰਦਰਾਂ ਦਾ ਤੁਸੀਂ ਆਸਰਾ ਹੋ, ਸਾਗਰਾਂ ਦਾ ਆਸਰਾ ਹੋ, ਜਿੰਨੇ ਜਲ ਵਗ ਰਹੇ ਹਨ ਉਹਨਾਂ ਦਾ ਤੁਸੀਂ ਸਹਾਰਾ ਹੋ। ਪਰ ਆਪ ਨੂੰ ਕਿਸੇ ਦਾ ਸਹਾਰਾ ਨਹੀਂ। ਨਮਸਤੰ ਨਿਰਾਸਰੇ। ਆਪ ਨਿਰਾਸਰੇ ਹੋ, ਨਿਰਾਸਰੇ ਹੋ, ਨਿਰਾਸਰੇ। ਆਪ ਜੀ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਹੈ। ਅੱਜ ਦੀ ਕਥਾ ਇੱਥੇ ਤੱਕ ਹੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ। ਸੰਗਤ ਰੱਬ ਦਾ ਰੂਪ ਹੈ, ਆਪ ਸਾਧ ਸੰਗਤ ਵੀ। ਇੱਥੇ ਤੱਕ ਸੇਵਾ ਪ੍ਰਵਾਨ ਕਰਨਾ। ਬੜੀਆਂ ਭੁੱਲਾਂ ਹੋ ਜਾਂਦੀਆਂ ਹਨ, ਤੁਕ ਲਾ ਕਰਨਾ, ਅੱਖਰ ਅੱਗੇ ਪਿੱਛੇ ਪੜ੍ਹਿਆ ਜਾਂਦਾ ਹੈ। ਦਾਸਰਾ ਸੇਵਕ ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਕਥਾ ਕਰਦਿਆਂ ਦਾਸਰੇ ਪਾਸੋਂ ਜਿੰਨੀਆਂ ਵੀ ਭੁੱਲਾਂ ਹੋਈਆਂ ਹਨ, ਆਪ ਸਾਧ ਸੰਗਤ ਰੱਬ ਦਾ ਰੂਪ ਹੋ, ਗੁਰੂ ਦਾ ਰੂਪ ਹੋ, ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਜੇ ਜ਼ਿੰਦਗੀ ਰਹੀ ਤਾਂ ਅੱਗੋਂ ਪੰਜਵੇਂ ਹਿੱਸੇ ਵਿੱਚ ਜਿਵੇਂ ਧੰਨ ਧੰਨ ਦਸਮੇਸ਼ ਪਿਤਾ ਸੱਚੇ ਪਾਤਸ਼ਾਹ ਜੀ ਬੁਲਾਉਣਗੇ, ਤਿਵੇਂ ਦਾਸਰਾ ਕਥਾ ਕਰਕੇ ਆਪ ਜੀ ਨੂੰ ਸੁਣਾਵੇਗਾ। ਜੇ ਉਹ ਕਿਰਪਾ ਕਰਨਗੇ, ਬਾਜਾਂ ਵਾਲੇ ਕਲਗੀਆਂ ਵਾਲੇ ਸਾਹਿਬ ਦਸਮੇਸ਼ ਪਿਤਾ ਜੀ, ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਸਾਹਿਬ ਜੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ। ਇੱਥੇ ਸਿਰਫ ਉਹਦਾ ਨਾਮ ਹੈ ਅਕਾਲ ਪੁਰਖ ਜੀ ਦਾ। ਨਾਨਕ ਕਹਿ ਘਰ ਕੇਵਲ ਨਾਮ। ਇਸ ਘਰ ਵਿੱਚ ਬਸ ਇਹ ਕਿਹਾ ਜਾਂਦਾ ਹੈ, ਸਾਰੇ ਜਪੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ। ਮਾਰਚ ਵੀ ਲੰਘ ਗਿਆ, ਅਪ੍ਰੈਲ ਵੀ ਲੰਘ ਗਿਆ, ਮਈ ਚੱਲ ਰਿਹਾ ਹੈ। ਆ ਜਿਹੜਾ ਕਰੋਨਾ ਵਾਇਰਸ ਦਾ ਦੁੱਖ ਹੈ, ਸਾਰੀਆਂ ਕੰਟਰੀਆਂ ਵਿੱਚ, ਪੂਰੀ ਦੁਨੀਆ ਵਿੱਚ ਸਾਰੇ ਡਰ ਰਹੇ ਹਨ। ਬੱਚੇ ਘਰਾਂ ਵਿੱਚ ਬੈਠੇ ਹਨ, ਸਕੂਲ ਛੱਡ ਕੇ ਬੈਠੇ ਹਨ, ਮੂੰਹ ਬੰਨੇ ਹੋਏ ਹਨ ਸਭ ਨੇ। ਗੌਰਮੈਂਟਾਂ ਵੀ ਹੈਲਪ ਕਰ ਰਹੀਆਂ ਹਨ, ਅੰਦਰ ਰਵੋ, ਅੰਦਰ ਰਵੋ, ਅੰਦਰ ਰਵੋ, ਘਰ ਰਵੋ, ਘਰ ਰਵੋ, ਸਟੇ ਹੋਮ, ਸਟੇ ਹੋਮ। ਆਪਣੇ ਘਰ ਬੈਠੋ, ਉਹਨਾਂ ਦਾ ਵਚਨ ਵੀ ਮੰਨੋ, ਡਾਕਟਰਾਂ ਦਾ ਵਚਨ ਵੀ ਮੰਨੋ, ਆਪਣੇ ਸੱਚੇ ਡਾਕਟਰ ਦਾ ਵੀ ਵਚਨ ਮੰਨੋ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ। ਜਿਹੜੀ ਉਹ ਦਵਾਈ ਦਿੰਦੇ ਹਨ ਉਹ ਵੀ ਖਾਂਦੇ ਰਹੋ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹ ਫੰਦੇ ਕੱਟੇ ਜਾਣਗੇ ਕਰੋਨਾ ਵਾਇਰਸ ਤੇ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਇਹ ਜਮ ਹੋ ਕੇ ਦੁਨੀਆ ਨੂੰ ਲੈ ਕੇ ਜਾ ਰਿਹਾ ਹੈ। ਅਰਦਾਸ ਕਰੋ, ਸਿਮਰਨ ਕਰੋ, ਗੁਰਬਾਣੀ ਪੜ੍ਹੋ। ਵਾਹਿਗੁਰੂ ਪੂਰੀ ਦੁਨੀਆ ਦਾ ਇਹ ਦੁੱਖ ਜਿਹੜਾ ਹੈ ਮਾਲਕ ਕੱਟ ਦੇਣ। ਸਾਰੀ ਦੁਨੀਆ ਉਸੇ ਤਰ੍ਹਾਂ ਫਿਰ ਹੱਸਦੀ ਖੇਡਦੀ ਰਵੇ, ਨਾਮ ਜਪਦੀ ਰਵੇ। ਖੁਸ਼ੀਆਂ ਉਸੇ ਤਰ੍ਹਾਂ ਮੁੜ ਆਉਣ ਵਾਪਸ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਤਿਗੁਰੂ ਸੱਚੇ ਪਾਤਸ਼ਾਹ ਪੂਰੀ ਦੁਨੀਆ ਤੇ ਆਪਣੀ ਮਿਹਰ ਭਰੀ
ਨਜ਼ਰ ਜਿਹੜੀ ਹੈ ਉਹ ਕਰਨ। ਕੋਈ ਦੁਨੀਆ ਦੇ ਕੋਲੋਂ ਸਾਡੇ ਕੋਲੋਂ ਭੁੱਲਾਂ ਹੋ ਗਈਆਂ ਹਨ। ਵਾਹਿਗੁਰੂ ਜੀ ਸਾਨੂੰ ਬਖਸ਼ ਦਿਓ, ਸਾਨੂੰ ਬਖਸ਼ ਦਿਓ, ਸਾਨੂੰ ਬਖਸ਼ ਦਿਓ, ਸਾਨੂੰ ਬਖਸ਼ ਦਿਓ। ਬਾਬਾ ਜੀ ਸਭ ਦਾ ਭਲਾ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਨ 2020 ਹੈ, ਇਸ ਵੇਲੇ ਮੇਹ ਦਾ ਮਹੀਨਾ ਚੱਲ ਰਿਹਾ ਹੈ। ਇਹ ਯਾਦਗਾਰਾਂ ਰਹਿ ਜਾਣਗੀਆਂ ਕਿ ਇਹ ਸਮਾਂ ਵੀ ਔਖਾ ਸਨ 2020 ਦੇ ਵਿੱਚ ਆਇਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।